हाँ जी, गुड मॉर्निंग स्टूडेंट्स। बेटा अज असी सानू पता है कि 7th क्लास का हिस्टरी का लैसन नंबर 10 पढ़ रहे हैं, इंडिया इन 18th सेंचुरी। इन 18th सेंचुरी का ही नैक्सट पार्ट असी अज डिस्कस करांगे, द मराठास। द हार्डी मराठा पीपल लिवड इन द हिली रीजन दैट नाउ फॉर्म्स महाराष्ट्र। ਜਿਹੜੇ ਮਰਾਠਾ ਲੋਕ ਸੀਗੇ ਜਿੱਥੇ ਅੱਜ ਮਹਾਰਾਸ਼ਟਰ ਹੈ ਉੱਥੇ ਰਹਿੰਦੇ ਸੀ ਪਹਾੜੀ ਏਰੀਆ ਦੇ ਵਿੱਚ। ਓਵਰ ਸੈਂਚਰੀਜ਼ ਦ ਕੰਪੋਜੀਸ਼ਨਸ ਆਫ ਮਰਾਠਾ ਭਗਤੀ ਸੇਂਟਸ ਐਨਰਿਚ ਦ ਮਰਾਠੀ ਲੈਂਗੁਏਜ ਐਂਡ ਲਿਟਰੇਚਰ ਗਿਵਿੰਗ ਦ ਮਰਾਠਾਸ ਅ ਡਿਸਟਿੰਕਟ ਕਲਚਰਲ ਆਈਡੈਂਟੀਟੀ ਐਂਡ ਫੀਲਿੰਗਸ ਆਫ ਯੂਨਿਟੀ। ਸੋ ਇਹਦੇ 'ਚੋਂ ਦੱਸ ਰਿਹਾ ਹੈ ਕਿ ਕਾਫੀ ਲੰਬਾ ਟਾਈਮ ਮਰਾਠਾ ਭਗਤੀ ਸੰਤਾਂ ਨੇ ਆਪਣੇ ਭਜਨਾਂ ਦੀ ਰਚਨਾਵਾਂ ਕੀਤੀ ਮਰਾਠੀ ਭਾਸ਼ਾ ਦੇ ਵਿੱਚ ਔਰ ਮਰਾਠੀ ਲਿਟਰੇਚਰ ਦੇ ਵਿੱਚ, ਜਿਹਦੇ ਨਾਲ ਮਰਾਠਾ ਕਲਚਰ ਜਿਹੜਾ ਹੈ ਉਹਦਾ ਕਾਫੀ ਵਿਕਾਸ ਹੋਇਆ, ਮਰਾਠੀ ਲੈਂਗੁਏਜ ਦਾ ਕਾਫੀ ਵਿਕਾਸ ਹੋਇਆ। ਨੈਕਸਟ ਚੀਜ਼ ਉਹ ਦੱਸ ਰਿਹਾ ਹੈ ਕਿ 1674 ਦੇ ਵਿੱਚ ਸ਼ਿਵਾਜੀ ਜਿਹੜਾ ਹੈ ਉਹਨੇ ਆਪਣੇ ਆਪ ਨੂੰ ਮਰਾਠਿਆਂ ਦਾ ਰਾਜਾ ਡਿਕਲੇਅਰ ਕਰ ਦਿੱਤਾ ਸੀਗਾ ਅਤੇ ਛਤਰਪਤੀ ਦਾ ਟਾਈਟਲ ਧਾਰਨ ਕੀਤਾ ਸੀਗਾ। ਯੂਨਾਈਟਿਡ ਦਾ ਮਰਾਠਾਸ ਪੋਲੀਟੀਕਲੀ ਐਂਡ ਲੇਡ ਦਾ ਫਾਊਂਡੇਸ਼ਨ ਆਫ ਦਾ ਮਰਾਠਾ ਸਟੇਟ। ਉਹਨੇ ਮਰਾਠਿਆਂ ਨੂੰ ਰਾਜਨੀਤਿਕ ਤੌਰ ਦੇ ਉੱਪਰ ਇੱਕ ਕਰ ਦਿੱਤਾ ਔਰ ਮਰਾਠਾ ਰਾਜ ਦੀ ਨੀਂਹ ਰੱਖੀ। ਅੱਗੇ ਦੱਸ ਰਿਹਾ ਹੈ ਕਿ ਖਾਨਦਾਨੀ ਮਰਾਠਾ ਸਰਦਾਰ ਜਿਨ੍ਹਾਂ ਨੂੰ ਦੇਸ਼ਮੁਖ ਕਿਹਾ ਜਾਂਦਾ ਸੀਗਾ ਉਹ ਵੀ ਸ਼ਿਵਾਜੀ ਦੇ ਸਮਰਥਨ ਦੇ ਵਿੱਚ ਸੀਗੇ ਔਰ ਸ਼ਿਵਾਜੀ ਦੀ ਆਰਮੀ ਦਾ ਜਿਹੜਾ ਵੱਡਾ ਹਿੱਸਾ ਸੀਗਾ ਉਹਦੇ ਵਿੱਚ ਫਾਰਮਰ ਅਤੇ ਹਰਡਰ ਜਿਹੜੇ ਸੀਗੇ ਸ਼ਾਮਿਲ ਸੀਗੇ। ਸ਼ਿਵਾਜੀ ਜਿਹੜਾ ਹੈ ਦੋ ਤਰ੍ਹਾਂ ਦੇ ਟੈਕਸ ਲੈਂਦਾ ਸੀਗਾ, ਇੱਕ ਚੌਥ ਅਤੇ ਦੂਜਾ ਸਾਰ ਦੇਸ਼ਮੁਖੀ। ਕਿੰਨਾਂ ਰਾਜਿਆਂ ਕੋਲੋਂ? ਜਿਹੜੇ ਰਾਜੇ ਦੇ ਅੰਡਰ ਹੁੰਦੇ ਸੀਗੇ। ਚੌਥ ਜਿਹੜਾ ਸੀਗਾ ਇਹ ਲੈਂਡ ਰੈਵਨਿਊ ਦਾ ਚੌਥਾ ਹਿੱਸਾ ਹੁੰਦਾ ਸੀਗਾ, ਜੋ ਕਿ ਇਹਦੇ ਅੰਡਰ ਜਿਹੜੇ ਰਾਜੇ ਸੀਗੇ ਉਹ ਇਹਨਾਂ ਨੂੰ ਮਰਾਠਿਆਂ ਨੂੰ ਪੇ ਕਰਦੇ ਸੀਗੇ ਤਾਂ ਕਿ ਮਰਾਠੇ ਉਹਨਾਂ ਦੇ ਉੱਪਰ ਹਮਲਾ ਨਾ ਕਰਨ। ਸਾਰ ਦੇਸ਼ਮੁਖੀ ਜਿਹੜਾ ਟੈਕਸ ਸੀਗਾ ਇਹ ਰੈਵਨਿਊ ਦਾ 1/10 ਪਾਰਟ ਸੀਗਾ ਔਰ ਇਹ ਜਿਹੜਾ ਹੈ ਸ਼ਿਵਾਜੀ ਨੂੰ ਦਿੰਦੇ ਸੀਗੇ ਅਲੱਗ-ਅਲੱਗ ਸਰਦਾਰ ਜੋ ਕਿ ਸ਼ਿਵਾਜੀ ਦੇ ਕੰਟਰੋਲ ਦੇ ਵਿੱਚ ਸੀਗੇ। ਸ਼ਿਵਾਜੀ ਡਾਈਡ ਇਨ 1680। ਸ਼ਿਵਾਜੀ ਦੀ 1680 ਦੇ ਵਿੱਚ ਮੌਤ ਹੋ ਗਈ ਔਰ 1699 ਦੇ 1689 ਦੇ ਵਿੱਚ ਔਰੰਗਜ਼ੇਬ ਨੇ ਸ਼ਿਵਾਜੀ ਦੇ ਬੇਟੇ ਸ਼ਾਮ ਬਾਜੀ ਨੂੰ ਵੀ ਕਤਲ ਕਰ ਦਿੱਤਾ ਔਰ ਸ਼ਾਮ ਬਾਜੀ ਦਾ ਜਿਹੜਾ ਬੇਟਾ ਸੀ ਛੋਟਾ, ਜਿਹਦਾ ਨਾਮ ਸੀ ਸ਼ਾਹੂ ਜਾਂ ਸ਼ਿਵਾਜੀ 2, ਉਹਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ। ਔਰੰਗਜ਼ੇਬ ਤੋਂ ਬਾਅਦ ਵਾਲੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਫਿਰ ਸ਼ਾਹੂ ਨੂੰ ਆਜ਼ਾਦ ਕਰ ਦਿੱਤਾ। ਇਹ ਸ਼ਾਹੂ ਜਿਹੜਾ ਹੈ ਬਾਅਦ ਵਿੱਚ ਮਰਾਠਿਆਂ ਦੇ ਸਿੰਘਾਸਨ ਦੇ ਉੱਪਰ ਬੈਠਿਆ ਸੀਗਾ। ਸ਼ਾਹੂ ਜਿਹੜਾ ਸੀਗਾ ਕਿਉਂਕਿ ਛੋਟਾ ਸੀ ਉਮਰ ਦਾ, ਸੋ ਇਸ ਕਰਕੇ ਆਪਣੇ ਚੀਫ ਮਿਨਿਸਟਰ ਪੇਸ਼ਵਾ ਦੀ ਮਦਦ ਦੇ ਨਾਲ ਰਾਜ ਕਰਦਾ ਸੀਗਾ। ਸੋ ਪੇਸ਼ਵਾ ਨੂੰ ਅਸੀਂ ਚੀਫ ਮਿਨਿਸਟਰ ਕਹਾਂਗੇ, ਚੀਫ ਮਿਨਿਸਟਰ ਨੂੰ ਹੀ ਪੇਸ਼ਵਾ ਕਿਹਾ ਜਾਂਦਾ ਮਰਾਠੀ ਦੇ ਵਿੱਚ। ਸੋ ਪੇਸ਼ਵਾ ਜਿਹੜਾ ਸੀਗਾ ਹੌਲੀ ਹੌਲੀ ਕਾਫੀ ਪਾਵਰਫੁਲ ਹੋ ਗਿਆ। ਪੇਸ਼ਵਾ ਮੇਡ ਦਾ ਮੁਗਲ ਐਂਪਰਰ ਰੈਕੋਗਨਾਈਜ਼ ਸ਼ਾਹੂ ਐਜ਼ ਦਾ ਰਾਈਟਫੁਲ ਰੂਲਰ ਆਫ ਦਾ ਮਰਾਠਾ। ਪੇਸ਼ਵਾ ਨੇ ਮੁਗਲਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਕਿ ਉਹ ਸ਼ਾਹੂ ਨੂੰ ਸਹੀ ਮਰਾਠਾ ਰਾਜਾ ਮੰਨਣ ਐਂਡ ਅਲਾਓ ਹਿਮ ਟੂ ਕਲੈਕਟ ਚੌਥ ਐਂਡ ਸਾਰ ਦੇਸ਼ਮੁਖੀ ਇਨ ਦਾ ਮੁਗਲ ਪ੍ਰੋਵਿੰਸਿਸ ਆਫ ਦਾ ਡੈਕਨ। ਔਰ ਇਹ ਵੀ ਰਾਈਟ ਉਹਨਾਂ ਕੋਲੋਂ ਲਿਆ ਗਿਆ ਕਿ ਸ਼ਾਹੂ ਜਿਹੜਾ ਹੈ ਉਹ ਮੁਗਲ ਪ੍ਰੋਵਿੰਸਿਸ ਦੇ ਵਿੱਚੋਂ ਡੈਕਨ ਦੇ ਵਿੱਚ ਚੌਥ ਅਤੇ ਸਾਰ ਦੇਸ਼ਮੁਖੀ ਟੈਕਸ ਇਕੱਠਾ ਕਰ ਸਕਦਾ ਹੈ। ਫਿਰ ਬਦਲੇ ਦੇ ਵਿੱਚ ਕੀ ਪ੍ਰੋਵਾਈਡ ਕੀਤਾ ਗਿਆ ਇਹਨਾਂ ਨੂੰ ਮੁਗਲਾਂ ਨੂੰ? ਦ ਮਰਾਠਾਸ ਪ੍ਰੋਮਿਸਡ ਏ ਟ੍ਰਿਬਿਊਟ ਐਂਡ ਮਿਲਟਰੀ ਸਪੋਰਟ ਇਨ ਦਾ ਡੈਕਨ। ਮਰਾਠਿਆਂ ਨੇ ਕਾਫੀ ਸਾਰੇ ਜਿਹੜੇ ਧਨ ਦੌਲਤ ਦਿੱਤੀ ਮੁਗਲਾਂ ਨੂੰ ਇਹਦੇ ਬਦਲੇ ਵਿੱਚ ਔਰ ਮਿਲਟਰੀ ਸਪੋਰਟ ਦੇਣ ਦਾ ਵੀ ਵਚਨ ਦਿੱਤਾ। ਗ੍ਰੈਜੂਅਲੀ ਹੌਲੀ ਹੌਲੀ ਕੀ ਹੋਇਆ ਕਿ ਪੇਸ਼ਵਾ ਜਿਹੜਾ ਹੈ ਉਹ ਕਾਫੀ ਪਾਵਰ ਧਾਰਨ ਕਰਦਾ ਗਿਆ ਮਰਾਠਿਆਂ ਦੇ ਵਿੱਚ ਔਰ ਪੇਸ਼ਵਾ ਦੀ ਜਿਹੜੀ ਪੋਸਟ ਸੀ ਕਾਫੀ ਪਾਵਰਫੁਲ ਹੋ ਗਈ ਔਰ ਇਹ ਹੈਰੀਡਿਟਰੀ ਖਾਨਦਾਨੀ ਹੋ ਗਈ। ਪੇਸ਼ਵਾ ਦੀ ਮੌਤ ਤੋਂ ਬਾਅਦ ਉਹਦਾ ਬੱਚਾ ਜਿਹੜਾ ਸੀ ਉਹ ਪੇਸ਼ਵਾ ਬਣ ਜਾਂਦਾ ਸੀਗਾ। ਦ ਪੇਸ਼ਵਾ ਗੇਵ ਦ ਟਾਸਕ ਆਫ ਰੈਵਨਿਊ ਕਲੈਕਸ਼ਨ ਟੂ ਮਰਾਠਾ ਚੀਫਸ ਹੂ ਵਰ ਅਲਾਊਡ ਟੂ ਕੀਪ ਅ ਪਾਰਟ ਆਫ ਦ ਕਲੈਕਸ਼ਨ ਟੂ ਮੀਟ ਦੇਅਰ ਐਕਸਪੈਂਸਿਸ। ਪੇਸ਼ਵਾ ਨੇ ਕੀ ਕੀਤਾ ਕਿ ਲੈਂਡ ਰੈਵਨਿਊ ਲੈਂਡ ਟੈਕਸ ਇਕੱਠਾ ਕਰਨ ਦਾ ਅਧਿਕਾਰ ਮਰਾਠੇ ਸਰਦਾਰਾਂ ਨੂੰ ਦੇ ਦਿੱਤਾ ਔਰ ਜਿਹੜੇ ਮਰਾਠੇ ਸਰਦਾਰ ਸੀਗੇ ਇਹ ਇਕੱਠੇ ਕੀਤੇ ਹੋਏ ਟੈਕਸ ਦਾ ਕੁਛ ਹਿੱਸਾ ਆਪਣੇ ਖਰਚ ਵਾਸਤੇ ਰੱਖ ਸਕਦੇ ਸੀਗੇ। ਸਮ ਆਫ ਦ ਚੀਫਸ ਲਾਈਕ ਸਿੰਧੀਆ ਇਨ ਗਵਾਲੀਅਰ, ਭੋਂਸਲੇ ਇਨ ਨਾਗਪੁਰ, ਗਾਇਕਵਾੜ ਇਨ ਬੜੌਦਾ ਐਂਡ ਹੋਲਕਰ ਇਨ ਇੰਦੌਰ ਬਿਕੇਮ ਵੈਰੀ ਪਾਵਰਫੁਲ ਐਂਡ ਐਂਬੀਸ਼ੀਅਸ। ਕਈ ਜਿਹੜੇ ਸਰਦਾਰ ਸੀ ਜਿਵੇਂ ਸਿੰਧੀਆ, ਭੋਂਸਲੇ, ਗਾਇਕਵਾੜ, ਹੋਲਕਰ ਵਰਗੇ ਇਹ ਹੌਲੀ ਹੌਲੀ ਕਾਫੀ ਸ਼ਕਤੀਸ਼ਾਲੀ ਹੋ ਗਏ ਸੀਗੇ। ਡਿਊਰਿੰਗ ਸ਼ਾਹੂਜ਼ ਰੇਨ ਸਤਾਰਾ ਵਾਜ਼ ਦਾ ਮਰਾਠੀ ਕੈਪੀਟਲ। ਸ਼ਾਹੂ ਦੇ ਰਾਜ ਦੇ ਵਿੱਚ ਸਤਾਰਾ ਜਿਹੜੀ ਸੀਗੀ ਉਹ ਮਰਾਠਿਆਂ ਦੀ ਰਾਜਧਾਨੀ ਸੀਗੀ ਔਰ ਸ਼ਾਹੂ ਦੀ ਮੌਤ ਤੋਂ ਬਾਅਦ ਪੇਸ਼ਵਾ ਨੇ ਜਿਹੜਾ ਹੈ ਉਹ ਕੈਪੀਟਲ ਬਦਲ ਕੇ ਪੂਨੇ ਦੇ ਵਿੱਚ ਕਰ ਦਿੱਤੀ ਸੀਗੀ।
ਮਿਡ 18th ਸੈਂਚਰੀ ਤੱਕ ਮਰਾਠਿਆਂ ਦਾ ਪ੍ਰਭਾਵ ਕਾਫੀ ਵੱਧ ਗਿਆ ਸੀਗਾ। ਗੁਜਰਾਤ ਔਰ ਮਾਲਵਾ ਤੱਕ ਵੱਧ ਗਿਆ ਸੀਗਾ ਔਰ ਈਵਨ ਦਿੱਲੀ ਦੇ ਬਾਰਡਰ ਔਰ ਕਰਨਾਟਕਾ ਤੱਕ ਵੀ ਇਹਨਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਦ ਮਰਾਠਾਜ਼ ਵੌਨ, ਮਰਾਠਿਆਂ ਨੇ ਬਹੁਤ ਸਾਰੇ ਇਲਾਕੇ ਜਿੱਤ ਕੇ ਆਪਣੇ ਕਬਜ਼ੇ 'ਚ ਕਰ ਲਏ, ਜਿਵੇਂ ਨਿਜ਼ਾਮ ਆਫ ਹੈਦਰਾਬਾਦ ਕੋਲੋਂ ਕਾਫੀ ਸਾਰੇ ਇਲਾਕੇ ਜਿੱਤੇ, ਇਸੇ ਤਰ੍ਹਾਂ ਹੀ ਮੈਸੂਰ ਦੇ ਰਾਜਿਆਂ ਕੋਲੋਂ। ਦੈਨ ਇਹਨਾਂ ਨੇ ਕਾਫੀ ਸਾਰਾ ਏਰੀਆ ਬੁੰਦੇਲਖੰਡ ਦਾ ਆਪਣੇ ਅੰਡਰ ਕੀਤਾ। ਇਸ ਤੋਂ ਬਿਨਾਂ ਮਰਾਠਿਆਂ ਨੇ ਕਾਫੀ ਲੋਕਾਂ ਦੇ ਨਾਲ ਦੁਸ਼ਮਣੀ ਪਾ ਲਈ ਸੀਗੀ, ਜਿਵੇਂ ਕਿ ਇਹਨਾਂ ਤੋਂ ਜਾਟ ਗੁੱਸੇ ਹੋ ਗਏ ਸੀਗੇ ਇਹਨਾਂ ਦੇ ਨਾਲ, ਰੋਹੇਲਾ ਜਿਹੜੇ ਸੀਗੇ। ਇਸੇ ਤਰ੍ਹਾਂ ਹੀ ਅਵਧ ਦਾ ਨਵਾਬ ਵੀ ਇਹਨਾਂ ਤੋਂ ਗੁੱਸੇ ਸੀਗਾ, ਕਿਉਂਕਿ ਇਹਨਾਂ ਨੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਹਮਲੇ ਕਰ ਦਿੱਤੇ ਸੀਗੇ ਔਰ ਹਮਲਾ ਕਰਕੇ ਉਹਨਾਂ ਨੂੰ ਮਜਬੂਰ ਕੀਤਾ ਸੀਗਾ ਕਿ ਉਹ ਕਾਫੀ ਸਾਰਾ ਧਨ ਜਿਹੜਾ ਹੈ ਮਰਾਠਿਆਂ ਨੂੰ ਦੇਣ। 1751 ਦੇ ਵਿੱਚ ਮਰਾਠਾਜ਼ ਫੋਰਸਡ ਦਾ ਨਵਾਬ ਆਫ ਬੰਗਾਲ ਟੂ ਸੀਡ ਉੜੀਸਾ ਐਂਡ ਪੇ ਟ੍ਰਿਬਿਊਟ। 1751 ਦੇ ਵਿੱਚ ਮਰਾਠਿਆਂ ਨੇ ਬੰਗਾਲ ਦੇ ਨਵਾਬ ਨੂੰ ਇਸ ਗੱਲ ਲਈ ਮਜਬੂਰ ਕੀਤਾ ਕਿ ਉੜੀਸਾ ਇਹਨਾਂ ਦੇ ਹਵਾਲੇ ਕਰ ਦੇਵੇ ਔਰ ਇਹਨਾਂ ਨੂੰ ਕਾਫੀ ਸਾਰਾ ਪੈਸਾ ਦੇਵੇ। ਐਕਸਪੈਂਸ਼ਨ ਆਫ ਮਰਾਠਾ ਰੂਲ ਇਨੀਸ਼ੀਅਲੀ ਹਾਰਮਡ ਸਮ ਲੋਕਲ ਕਰਾਫਟਸ। ਜਦੋਂ ਮਰਾਠਿਆਂ ਦਾ ਰਾਜ ਵਿਕਸਿਤ ਹੋਇਆ ਤਾਂ ਸ਼ੁਰੂਆਤ ਦੇ ਵਿੱਚ ਕੁਝ ਲੋਕਲ ਕਾਰੀਗਰਾਂ ਨੂੰ ਕਾਫੀ ਨੁਕਸਾਨ ਹੋਇਆ। ਐਗਜ਼ਾਮਪਲ ਦੇ ਤੌਰ ਦੇ ਉੱਪਰ ਮੈਨੀ ਸਿਲਕ ਵੀਵਰਸ ਆਫ ਗੁਜਰਾਤ ਫਲੈਡ ਟੂ ਵਾਰਾਣਸੀ, ਔਰ ਇਸੇ ਕਰਕੇ ਬਹੁਤ ਸਾਰੇ ਜਿਹੜੇ ਸਿਲਕ ਦੇ ਕੱਪੜੇ ਬਣਾਉਣ ਵਾਲੇ ਸੀਗੇ ਲੋਕ ਗੁਜਰਾਤ ਦੇ, ਉਹ ਦੌੜ ਕੇ ਵਾਰਾਣਸੀ ਚਲੇ ਗਏ ਕਿਉਂਕਿ ਕੰਮ ਉਹਨਾਂ ਦਾ ਬੰਦ ਹੋ ਰਿਹਾ ਸੀ। ਲੇਕਿਨ ਹੌਲੀ ਹੌਲੀ ਮਿਡ 18th ਸੈਂਚਰੀ ਦੇ ਵਿੱਚ ਆ ਕੇ ਜਿਹੜਾ ਹੈ ਕੁਝ ਸੁਧਾਰ ਹੋਇਆ, ਇਕਨੋਮਿਕ ਰਿਕਵਰੀ ਹੋਈ ਮਰਾਠਿਆਂ ਦੇ ਏਰੀਆ ਦੇ ਵਿੱਚ। ਟਰੇਡ ਨੂੰ ਇਨਕਰੇਜ ਕੀਤਾ ਇਹਨਾਂ ਨੇ ਔਰ ਇਹਦੇ ਨਾਲ ਨਾਲ ਬੈਂਕਿੰਗ, ਕ੍ਰਾਫਟ ਅਤੇ ਐਗਰੀਕਲਚਰ ਵੀ ਡਿਵੈਲਪ ਹੋਏ। ਬਹੁਤ ਸਾਰੀਆਂ ਇੰਡਸਟਰੀਜ਼ ਇੱਥੇ ਡਿਵੈਲਪ ਕਰਨ ਲੱਗੀਆਂ ਵੈਸਟਰਨ ਡੈਕਨ ਏਰੀਆ ਦੇ ਵਿੱਚ, ਜਿਵੇਂ ਕਿ ਕਲਿਆਣ ਦੇ ਵਿੱਚ ਬਰਾਸ ਵਰਕਿੰਗ ਦੀ, ਇਸੇ ਤਰ੍ਹਾਂ ਹੀ ਪੇਪਰ ਇੰਡਸਟਰੀ ਅਤੇ ਮਿਕਸਡ ਸਿਲਕ ਅਤੇ ਕਾਟਨ ਬਰੋਕੇਡਡ ਕਲੋਥ ਇੰਡਸਟਰੀਜ਼ ਡਿਵੈਲਪ ਹੋਈਆਂ। ਔਰੰਗਾਬਾਦ ਦੇ ਵਿੱਚ ਟੈਕਸਟਾਈਲ ਇੰਡਸਟਰੀ, ਚੰਦੇਰੀ ਅਤੇ ਬੁਰਹਾਨਪੁਰ ਦੇ ਵਿੱਚ ਕੋਰਸ ਕਾਟਨ ਕਲੋਥ, ਬਾਸਕਿਟ ਮੇਕਿੰਗ ਅਤੇ ਪਰਫਿਊਮ ਇੰਡਸਟਰੀ ਪੂਨੇ ਦੇ ਵਿੱਚ ਡਿਵੈਲਪ ਹੋਈ। ਸੋ ਹੌਲੀ ਹੌਲੀ ਇਕਨੋਮਿਕ ਡਿਵੈਲਪਮੈਂਟ ਹੋਣ ਲੱਗ ਗਈ ਸੀਗੀ। ਹਾਂਜੀ, ਅੱਗੇ ਕਹਿ ਰਿਹਾ ਕਿ ਪੇਸ਼ਵਾਸ ਦੇ ਅੰਡਰ, ਪੇਸ਼ਵਾ ਜੋ ਕਿ ਚੀਫ ਮਿਨਿਸਟਰ ਸੀਗੇ ਮਰਾਠਿਆਂ ਦੇ, ਪੇਸ਼ਵਾਸ ਦੇ ਅੰਡਰ ਜਿਹੜਾ ਹੈ ਹਾਈ ਰੈਂਕਿੰਗ ਜਿਹੜੇ ਬ੍ਰਾਹਮਣ ਸੀਗੇ, ਠੀਕ ਹੈ, ਅੰਡਰ ਦਾ ਪੇਸ਼ਵਾਸ ਹੂ ਵਰ ਹਾਈ ਰੈਂਕਿੰਗ ਬ੍ਰਾਹਮਣਸ। ਪੇਸ਼ਵਾ ਖੁਦ ਹਾਈ ਰੈਂਕਿੰਗ ਬ੍ਰਾਹਮਣ ਸੀਗੇ, ਕਾਲਡ ਚਿਤਪਵਨ ਬ੍ਰਾਹਮਣਸ। ਇਹਨਾਂ ਨੂੰ ਚਿਤਪਵਨ ਬ੍ਰਾਹਮਣ ਵੀ ਕਿਹਾ ਜਾਂਦਾ ਸੀ ਪੇਸ਼ਵਾ ਨੂੰ। ਇਹਨਾਂ ਨੇ ਬ੍ਰਾਹਮਣਾਂ ਵਾਸਤੇ ਬਹੁਤ ਕੰਮ ਕੀਤਾ, ਬ੍ਰਾਹਮਣਾਂ ਨੂੰ ਰੁਜ਼ਗਾਰ ਦੇ ਬੜੇ ਮੌਕੇ ਦਿੱਤੇ। ਬ੍ਰਾਹਮਣਾਂ ਨੂੰ ਇਹਨਾਂ ਨੇ ਐਜ਼ ਏ ਰਾਈਟਰ, ਐਡਮਿਨਿਸਟ੍ਰੇਟਰ, ਬੈਂਕਰ ਅਤੇ ਈਵਨ ਸਿਪਾਹੀਆਂ ਦੇ ਤੌਰ ਦੇ ਉੱਪਰ ਰਿਕਰੂਟ ਕੀਤਾ। ਨੈਕਸਟ ਸਾਡੇ ਕੋਲ ਆ ਜਾਂਦੀ ਥਰਡ ਬੈਟਲ ਆਫ ਪਾਨੀਪਤ। 1757 ਦੇ ਵਿੱਚ ਮਰਾਠਿਆਂ ਨੇ ਮੁਗਲ ਬਾਦਸ਼ਾਹ ਦੀ ਮਦਦ ਕੀਤੀ ਸੀਗੀ ਔਰ ਦਿੱਲੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਏਜੰਟ ਨੂੰ ਉਹਨਾਂ ਨੇ ਹਟਾ ਦਿੱਤਾ ਸੀਗਾ, ਜਿਸ ਕਰਕੇ ਮਰਾਠਿਆਂ ਔਰ ਅਫਗਾਨਾਂ ਦੇ ਵਿੱਚ ਦੁਸ਼ਮਣੀ ਪੈਦਾ ਹੋ ਗਈ ਸੀਗੀ। ਔਰ ਇਸ ਤੋਂ ਇਲਾਵਾ ਮਰਾਠਿਆਂ ਨੇ ਅਫਗਾਨੀਆਂ ਦਾ ਏਰੀਆ ਸਰਹੰਦ ਅਤੇ ਲਾਹੌਰ 'ਤੇ ਵੀ ਜਿਹੜਾ ਹੈ ਕਬਜ਼ਾ ਕਰ ਲਿਆ ਸੀਗਾ, ਜਿਸ ਕਰਕੇ ਮਰਾਠਿਆਂ ਅਤੇ ਅਫਗਾਨਾਂ ਦੇ ਵਿੱਚ ਹੁਣ ਲੜਾਈ ਹੋ ਜਾਣੀ ਸੀਗੀ। ਸੋ ਇਸ ਕਰਕੇ 1761 ਦੇ ਵਿੱਚ ਪਾਨੀਪਤ ਨਾਮ ਦੀ ਜਗ੍ਹਾ ਦੇ ਉੱਪਰ ਮਰਾਠਿਆਂ ਔਰ ਅਬਦਾਲੀ ਦੀਆਂ ਫੌਜਾਂ ਦੇ ਵਿਚਕਾਰ ਇੱਕ ਘਮਸਾਨ ਦੀ ਲੜਾਈ ਹੋਈ। ਅਹਿਮਦ ਸ਼ਾਹ ਅਬਦਾਲੀ ਨੇ ਇਸ ਲੜਾਈ ਤੋਂ ਪਹਿਲਾਂ ਮਰਾਠਿਆਂ ਦੇ ਦੁਸ਼ਮਣਾਂ ਦੇ ਨਾਲ ਇੱਕ ਗਠਬੰਧਨ ਕਰ ਲਿਆ ਸੀਗਾ। ਰੋਹਿਲਾਖੰਡ ਔਰ ਅਵਧ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਸੀਗਾ ਅਹਿਮਦ ਸ਼ਾਹ ਅਬਦਾਲੀ ਨੇ। ਦੂਜੇ ਪਾਸੇ ਮਰਾਠੇ ਜਿਹੜੇ ਸੀਗੇ ਉਹਨਾਂ ਦਾ ਕਿਸੇ ਵੀ ਲੋਕਲ ਰੂਲਰ ਨੇ ਸਾਥ ਨਹੀਂ ਸੀ ਦਿੱਤਾ, ਕਿਉਂਕਿ ਸਾਰੇ ਹੀ ਮਰਾਠਿਆਂ ਦੇ ਨਾਲ ਨਾਰਾਜ਼ ਸੀਗੇ ਔਰ ਮਰਾਠਿਆਂ ਦੇ ਕੋਲ ਸਪਲਾਈ ਵੀ ਬੜੀ ਘੱਟ ਸੀਗੀ, ਵੈਪਨ ਵਗੈਰਾ ਦੀ, ਖਾਣੇ ਦੀ ਵੀ ਸਪਲਾਈ ਘੱਟ ਸੀਗੀ। ਦੇ ਵਰ ਆਲਸੋ ਵੀਕਨਡ ਬਾਏ ਇਨ ਫਾਈਟਿੰਗ ਅਮੰਗ ਦੇਅਰ ਚੀਫਸ। ਔਰ ਉਹਨਾਂ ਦੇ ਆਪਣੇ ਸਰਦਾਰ ਵੀ ਜਿਹੜੇ ਸੀਗੇ ਉਹ ਆਪਸ 'ਚ ਲੜਦੇ ਰਹਿੰਦੇ ਸੀਗੇ ਮਰਾਠਿਆਂ ਦੇ। ਦੇਅਰ ਮਿਲੀਟਰੀ ਟੈਕਨੀਕਸ ਐਂਡ ਵੈਪਨਸ ਟੂ ਵਰ ਆਊਟਡੇਟਡ। ਇਹਨਾਂ ਦੇ ਜਿਹੜੇ ਲੜਨ ਦੇ ਤਰੀਕੇ ਸੀ ਜਾਂ ਇਹਨਾਂ ਦੇ ਹਥਿਆਰ ਸੀ ਉਹ ਵੀ ਬਹੁਤ ਪੁਰਾਣੇ ਸੀਗੇ, ਜੋ ਕਿ ਸੂਟੇਬਲ ਨਹੀਂ ਸੀ ਪਲੇਨਸ ਦੇ ਉੱਪਰ ਲੜਨ ਦੇ ਵਾਸਤੇ। ਇਸ ਕਰਕੇ ਅਫਗਾਨਾਂ ਨੇ ਇਹਨਾਂ ਨੂੰ ਆਸਾਨੀ ਦੇ ਨਾਲ ਹਰਾ ਦਿੱਤਾ ਮਰਾਠਿਆਂ ਨੂੰ। ਔਰ ਮਰਾਠੇ ਜੋ ਕਦੀ ਸੋਚਦੇ ਸੀਗੇ ਕਿ ਅਸੀਂ ਹਿੰਦੁਸਤਾਨ ਦੀ ਸੁਪਰੀਮ ਪਾਵਰ ਬਣਨਾ ਹੈ, ਉਹ ਸੁਪਨਾ ਇਹਨਾਂ ਦਾ ਜਿਹੜਾ ਹੈ ਇਸ ਤਰ੍ਹਾਂ ਖਤਮ ਹੋ ਗਿਆ। ਅੱਗੇ ਅਸੀਂ ਗੱਲ ਕਰਾਂਗੇ ਦ ਸਿੱਖਸ ਦੀ, ਸਿੱਖਾਂ ਦੀ। ਕਹਿੰਦਾ ਆਫਟਰ ਦ ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਇਨ 1708 ਹਿਜ਼ ਫਾਲੋਅਰ ਬਾਬਾ ਬੰਦਾ ਸਿੰਘ ਬਹਾਦਰ ਲੈਡ ਦ ਸਿੱਖਸ ਸਟਰਗਲ ਅਗੇਂਸਟ ਦ ਮੁਗਲਸ। ਸੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ 1708 ਦੇ ਵਿੱਚ, ਤਾਂ ਉਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਸੀਗੇ ਉਹਨਾਂ ਨੇ ਸਿੱਖਾਂ ਦੀ ਅਗਵਾਈ ਕੀਤੀ ਸੀਗੀ ਮੁਗਲਾਂ ਦੇ ਖਿਲਾਫ। ਬੰਦਾ ਸਿੰਘ ਬਹਾਦਰ brought the area between the rivers Yamuna and Ravi under his control। ਬੰਦਾ ਸਿੰਘ ਬਹਾਦਰ ਜੀ ਦੇ ਅੰਡਰ ਯਮੁਨਾ ਅਤੇ ਰਾਵੀ ਦੇ ਵਿਚਕਾਰ ਵਾਲਾ ਸਾਰਾ ਏਰੀਆ ਆ ਗਿਆ ਸੀਗਾ। he established his own administration, minted coins in the name of ਗੁਰੂ ਨਾਨਕ ਦੇਵ ਜੀ। ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਹੈ ਆਪਣਾ ਸ਼ਾਸਨ ਪ੍ਰਬੰਧ ਚਲਾਇਆ ਔਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਪਰ ਨਾਮ ਦੇ ਉੱਪਰ ਸਿੱਕੇ ਵੀ ਜਾਰੀ ਕੀਤੇ।
ਮੁਗਲ ਕੰਟਰੋਲ ਓਵਰ ਦ ਸਿੱਖਸ ਵੀਕਐਂਡ ਆਫਟਰ ਦ ਇਨਵੇਜ਼ਨਸ ਆਫ ਨਾਦਰ ਸ਼ਾਹ ਐਂਡ ਅਹਿਮਦ ਸ਼ਾਹ ਅਬਦਾਲੀ। ਮੁਗਲਾਂ ਦਾ ਜੋ ਕੰਟਰੋਲ ਸੀ ਸਿੱਖਾਂ ਦੇ ਉੱਪਰ ਉਹ ਕਾਫੀ ਘਟ ਗਿਆ ਸੀਗਾ ਨਾਦਰ ਸ਼ਾਹ ਦੇ ਹਮਲੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤੋਂ ਬਾਅਦ, ਕਿਉਂਕਿ ਮੁਗਲ ਕਮਜ਼ੋਰ ਹੋ ਗਏ ਸੀਗੇ। ਵਾਈਲ ਫਾਈਟਿੰਗ ਅਗੇਂਸਟ ਦ ਫੋਰਨ ਇਨਵੇਡਰਸ ਦ ਸਿੱਖਸ ਐਕਸਟੈਂਡਡ ਦੇਅਰ ਇਨਫਲੂਐਂਸ ਓਵਰ ਪੰਜਾਬ, ਕਾਂਗੜਾ ਐਂਡ ਜੰਮੂ ਟੂਵਰਡਸ ਦ ਐਂਡ ਆਫ ਦ 18th ਸੈਂਚੁਰੀ। ਸਿੱਖਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਔਰ ਇਸ ਦੌਰਾਨ ਉਹਨਾਂ ਦਾ ਕਾਫੀ ਸਾਰੇ ਇਲਾਕਿਆਂ ਦੇ ਉੱਪਰ ਕਬਜ਼ਾ ਵੱਧ ਗਿਆ, ਜਿਵੇਂ ਪੰਜਾਬ, ਕਾਂਗੜਾ, ਜੰਮੂ ਜਿਹੜਾ ਹੈ ਇਹਦੇ ਉੱਪਰ ਉਹਨਾਂ ਦਾ ਕਾਫੀ ਪ੍ਰਭਾਵ ਹੋ ਗਿਆ। ਦੇ ਵਰ ਨਾਓ ਔਰਗਨਾਈਜ਼ਡ ਇਨ ਪੋਲੀਟੀਕਲ ਯੂਨਿਟਸ ਕਾਲਡ ਮਿਸਲਸ। ਹੁਣ ਉਹਨਾਂ ਨੇ ਆਪਣੇ ਆਪ ਨੂੰ ਛੋਟੇ ਛੋਟੇ ਪੋਲੀਟੀਕਲ ਯੂਨਿਟਸ ਔਰਗਨਾਈਜ਼ ਕਰ ਲਿਆ, ਹਰ ਇੱਕ ਯੂਨਿਟ ਨੂੰ ਇੱਕ ਮਿਸਲ ਕਿਹਾ ਜਾਂਦਾ ਸੀਗਾ। ਦ ਮਿਸਲਸ ਵਰ ਅੰਡਰ ਐਨ ਔਰਗਨਾਈਜੇਸ਼ਨ ਕਾਲਡ ਦਾ ਦਲ ਖਾਲਸਾ। ਇਹ ਸਾਰੀਆਂ ਮਿਸਲਾਂ ਇੱਕ ਵੱਡੇ ਔਰਗਨਾਈਜੇਸ਼ਨ ਦੇ ਅੰਡਰ ਸੀਗੀਆਂ ਜਿਹਦਾ ਨਾਮ ਸੀ ਦਲ ਖਾਲਸਾ। ਦਲ ਖਾਲਸਾ ਦੇ ਨਾਲ ਇਹਨਾਂ ਮਿਸਲਾਂ ਦੇ ਵਿੱਚ ਕੋਆਰਡੀਨੇਸ਼ਨ ਕਾਇਮ ਕੀਤਾ ਜਾਂਦਾ ਸੀ। ਦਲ ਖਾਲਸਾ ਦਾ ਇੱਕ ਇਲੈਕਟਡ ਲੀਡਰ ਹੁੰਦਾ ਸੀਗਾ। ਦ ਡਿਸੀਜ਼ਨ ਟੇਕਨ ਐਟ ਪੀਰੀਓਡਿਕ ਮੀਟਿੰਗਸ ਆਫ ਦਲ ਖਾਲਸਾ ਵਰ ਰਿਗਾਰਡਡ ਐਜ਼ ਗੁਰਮਤ। will of the Guru. It was the Dal Khalsa that organized Sikh resistance against Ahmad Shah Abdali. ਦਲ ਖਾਲਸਾ ਦੇ ਜੋ ਵੀ ਫੈਸਲੇ ਮਿਲ ਕੇ ਲਏ ਜਾਂਦੇ ਸੀਗੇ ਉਹਨਾਂ ਨੂੰ ਜਿਹੜਾ ਹੈ ਗੁਰਮਤ ਜਾਂ ਗੁਰਮਤਾ ਕਿਹਾ ਜਾਂਦਾ ਸੀਗਾ। ਔਰ ਦਲ ਖਾਲਸਾ ਨੇ ਹੀ ਜਿਹੜਾ ਹੈ ਸਿੱਖਾਂ ਦੀ ਅਗਵਾਈ ਕੀਤੀ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਲੜਨ ਵਾਸਤੇ। ਅਰਾਊਂਡ ਦ ਐਂਡ ਆਫ ਦ 18th ਸੈਂਚੁਰੀ ਮਹਾਰਾਜਾ ਰਣਜੀਤ ਸਿੰਘ ਯੂਨਾਈਟਿਡ ਦ ਸਿੱਖਸ ਲਿਵਿੰਗ ਵੈਸਟ ਆਫ ਰਿਵਰ ਸਤਲੁਜ ਐਂਡ ਐਸਟੈਬਲਿਸ਼ ਦ ਇੰਡੀਪੈਂਡੈਂਟ ਸਿੱਖ ਕਿੰਗਡਮ ਆਫ ਪੰਜਾਬ। ਉਸ ਤੋਂ ਬਾਅਦ 18th ਸੈਂਚੁਰੀ ਦੇ ਐਂਡ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਨੂੰ ਇਕੱਠਿਆਂ ਕੀਤਾ। ਉਹਨਾਂ ਸਿੱਖਾਂ ਨੂੰ ਜੋ ਸਤਲੁਜ ਰਿਵਰ ਦੇ ਵੈਸਟ ਵਾਲੀ ਸਾਈਡ ਵਿੱਚ ਰਹਿੰਦੇ ਸੀਗੇ ਔਰ ਉਹਨਾਂ ਨੂੰ ਇਕੱਠੇ ਕਰਕੇ ਇੱਕ ਆਜ਼ਾਦ ਸਿੱਖ ਰਾਜ ਦੀ ਪੰਜਾਬ ਦੇ ਵਿੱਚ ਐਸਟੈਬਲਿਸ਼ਮੈਂਟ ਕੀਤੀ। ਰਣਜੀਤ ਸਿੰਘ ਆਲਸੋ ਕੌਨਕਰਡ ਕਸ਼ਮੀਰ, ਪਿਸ਼ਾਵਰ, ਮੁਲਤਾਨ ਐਂਡ ਰੇਜ਼ਡ ਏ ਸਟਰੋਂਗ ਆਰਮੀ ਔਨ ਵੈਸਟਰਨ ਪ੍ਰਿੰਸੀਪਲਸ। ਰਣਜੀਤ ਸਿੰਘ ਨੇ ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ ਨੂੰ ਵੀ ਜਿੱਤ ਲਿਆ ਔਰ ਇੱਕ ਬਹੁਤ ਵਿਸ਼ਾਲ ਆਰਮੀ ਜਿਹੜੀ ਹੈ ਰਣਜੀਤ ਸਿੰਘ ਨੇ ਰੱਖੀ ਸੀਗੀ ਵੈਸਟਰਨ ਮਾਡਰਨਾਈਜ਼ਡ ਟਾਈਪ ਦੀ। ਸੋ ਦੈਟ ਕੰਕਲੂਡਸ ਯੋਰ ਲੈਸਨ। ਥੈਂਕ ਯੂ।